ਪਿਛਲੇ 2 ਦਿਨਾਂ ਵਿੱਚ ਪੰਜਾਬ ਦੇ 3 ਜ਼ਿਲ੍ਹਿਆਂ ਵਿੱਚ ਹੋਈਆਂ 100 ਦੇ ਕਰੀਬ ਮੌਤਾਂ ਦੇ ਮਾਮਲੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੰਸਦੀ ਭਗਵੰਤ ਮਾਨ ਪੀੜਤ ਪਰਿਵਾਰਾਂ ਨੂੰ ਦੁੱਖ ਸਾਂਝਾ ਕਰਨ ਲਈ ਪੰਡੋਲੀ, ਗੋਲਾ, ਭੁੱਲਰ, ਕੱਕਾ ਕੜਿਆਲਾ, ਮੁੱਛਣ, ਬਿੰਦਾਂ ਦਾ ਦੌਰਾ ਕੀਤਾ ਹੈ ਅਤੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਹੈ ਕਿ ਉਹਨਾਂ ਨੂੰ ਪੰਡੋਰੀ, ਗੋਲਾ ਅਤੇ ਹੋਰ ਪਿੰਡਾਂ ਸੰਬੰਧਤ ਲੋਕਾਂ ਨੇ ਦੱਸਿਆ ਹੈ ਕਿ ਇਹ ਸ਼ਰਾਬ ਘਰ ਦੀ ਕੱਢੀ ਹੋਈ ਨਹੀਂ ਸੀ, ਬਲਕਿ ਤਸਕਰਾਂ ਵੱਲੋਂ ਸਪਲਾਈ ਕੀਤੀ ਗਈ ਹੈ। ਨਜਾਇਜ਼ ਸ਼ਰਾਬ ਸੀ ਜਿਸ ਨੂੰ ਪੀਣ ਨਾਲ ਲੋਕਾਂ ਦੀ ਮੌਤ ਹੋਈ ਹੈ। ਪਿੰਡ ਦੇ ਵਿੱਚ 4-5 ਘਰਾਂ 'ਚ ਵੀ ਜਾਣਾ ਪਿਆ। ਵੈਸੇ ਅਸੀਂ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੂੰ ਇੱਕ ਥਾਂ 'ਤੇ ਇਕੱਠੇ ਕਰਕੇ, ਕਿਉਂਕਿ ਦਰਦ ਇੱਕੋ ਜਿਹਾ ਹੈ ਔਰ ਕਾਰਨ ਵੀ ਇੱਕੋ ਹੀ ਹੈ। ਉਹਨਾਂ ਘਰਾਂ 'ਚ 70 ਵਿਸ਼ਾ ਸੋ ਟਾਈਮ ਤੋਂ ਲੇਟ ਹੋਣ ਲਈ ਮੈਂ ਪੰਜਾਬੀ 'ਚ ਪਹਿਲਾਂ ਨੈਸ਼ਨਲ ਚੈਨਲ ਤੇ ਦੇਖੋ, ਜਦੋਂ ਸਰਕਾਰਾਂ ਮੌਤ ਦੀਆਂ ਸੌਦਾਗਰ ਬਣ ਜਾਣ ਉਦੋਂ ਫਿਰ ਇਹ ਤੋਂ ਵੱਧ ਦੁਖਦਾਇਕ ਤੇ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ। ਲੋਕ ਸ਼ਰੇਆਮ ਨਾਮ ਲੈ ਰਹੇ ਨੇ ਐਮਐਲਏਆਂ ਦੇ ਪੀਏਆਂ ਦੇ ਜਾਂ ਉਹਨਾਂ ਦੇ ਆਲੇ ਦੁਆਲੇ ਜਿਹੜੇ ਚੇਲੇ ਚਾਪਟੇ ਨੇ ਉਹਨਾਂ ਦੇ ਨਾਮ ਲੈ ਰਹੇ ਨੇ ਕਿ ਇਹ ਵਿਕਵਾ ਰਹੇ ਨੇ। ਔਰ ਅੱਜ ਤੋਂ ਨਹੀਂ, ਜਿਹੜੀ ਲੇਡੀ ਮੁੱਛਲ ਪਿੰਡ ਦੀ ਜਿਹੜੀ ਲੇਡੀ ਗ੍ਰਿਫਤਾਰ ਕੀਤੀ ਹੈ ਉਹ ਖੁਦ ਕਹਿ ਰਹੀ ਹੈ ਕਿ ਮੈਂ 15 ਸਾਲ ਤੋਂ ਇਹ ਜਿਹੜਾ ਸ਼ਰਾਬ ਨਜਾਇਜ਼ ਦਾ ਮੈਂ ਧੰਦਾ ਕਰਦੀ ਹਾਂ ਤੇ ਮੈਂ ਪੁਲਿਸ ਨੂੰ ਹੇਠੋਂ ਲੈ ਕੇ ਉੱਪਰ ਤੱਕ ਉਹਨਾਂ ਦਾ ਹਿੱਸਾ ਵੀ ਜਿਹੜਾ ਉਹ ਪਹੁੰਚਾਉਣੀ ਆ। ਮੈਂ ਮੁੱਛਲ ਪਿੰਡ ਜਾ ਕੇ ਆਇਆ। ਅੱਜ ਵੀ ਲੋਕ ਕਹਿੰਦੇ ਜੇ ਇਸ ਵਕਤ ਸਾਡੇ ਪਿੰਡ ਦੀ ਤਲਾਸ਼ੀ ਲੈ ਲਈ ਜਾਵੇ ਤਾਂ ਘੱਟੋ ਘੱਟ 1000 ਤੋਂ ਉੱਪਰ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹ 1000 ਤੋਂ ਉੱਪਰ ਬੋਤਲ ਅੱਜ ਵੀ ਮਿਲ ਜੂਗੀ। ਹੁਣ ਇਸ ਵਕਤ ਇੱਥੋਂ ਤੱਕ ਲੋਕ ਜਿਹੜੇ ਨੇ ਉਹ ਦੁਖੀ ਨੇ ਤੇ ਇੰਨਾ ਕੁਝ ਲੋਕਾਂ ਨੂੰ ਪਤਾ ਹੈ, ਪੁਲਿਸ ਨੂੰ ਪਹਿਲਾਂ ਪਤਾ ਨਹੀਂ ਲੱਗਿਆ। ਸੋ ਇਹ ਨੈਕਸਸ ਹੈ ਲੀਡਰਾਂ ਦਾ ਪੁਲਿਸ ਦੇ ਨਾਲ ਮਿਲ ਕੇ। ਪੂਰੇ ਜਿਹੜੀ ਨਜਾਇਜ਼ ਫੈਕਟਰੀ ਫੜੀ ਸੀ ਉਹਦੇ ਤਾਰ ਜਿਹੜੇ ਨੇ ਘਨੌਰ ਦੇ ਐਮਐਲਏ ਨਾਲ ਜੁੜੇ ਹੋਏ ਨੇ। ਜੇ ਕਿਤੇ ਉਦੋਂ ਹੀ ਕਾਰਵਾਈ ਹੋ ਜਾਂਦੀ ਬਣਦੀ ਤਾਂ ਸ਼ਾਇਦ ਅੱਜ ਇਹਨਾਂ ਘਰਾਂ ਦੇ ਵਿੱਚ 70 ਨਾ ਵਿਛਦੇ। ਮੈਂ ਭੁੱਲਰ ਪਿੰਡ 'ਚ ਗਿਆ, ਮੈਂ ਪੰਡੋਰੀ ਗੋਲਾ ਪਿੰਡ ਹੈ। ਉਸ ਤੋਂ ਬਾਅਦ ਮੈਂ ਤਰਨਤਾਰਨ ਦੇ ਸਿਵਲ ਹਸਪੀਟਲ 'ਚ ਗਿਆ। ਜਿਹੜੇ ਬਿਮਾਰ ਨੇ, ਜਿਹੜੇ ਹਜੇ ਕੁਝ ਤਾਂ ਬਹੁਤ ਹੀ ਸੀਰੀਅਸ ਨੇ ਕਿ ਉਹਨਾਂ ਦੀਆਂ ਜਿਹੜੇ ਸਿੰਪਟਮ, ਜਿਹੜੇ ਲੱਛਣ ਜਿਹੜੇ ਇੱਕੋ ਜਿਹੇ ਨੇ। ਪਹਿਲਾਂ ਉਹਨਾਂ ਦੀਆਂ ਅੱਖਾਂ ਤੋਂ ਉਹਨਾਂ ਨੂੰ ਨਜ਼ਰ ਆਉਣਾ ਬੰਦ ਹੁੰਦਾ, ਫਿਰ ਉਸ ਤੋਂ ਬਾਅਦ ਤੜਫ ਕੇ ਉਹਨਾਂ ਦੀ ਮੌਤ ਹੁੰਦੀ ਹੈ। ਸਾਰਿਆਂ ਦੀ ਕਹਾਣੀ ਇੱਕੋ ਜਿਹੀ ਹੈ। ਸੋ ਲੋਕ ਉੱਥੇ ਲਾਸ਼ਾਂ ਲੈਣ ਨੂੰ ਤਰਸ ਰਹੇ ਨੇ। ਹਸਪਤਾਲ ਦਾ ਜਿਹੜਾ ਹਾਲ ਇਹ ਹੈ, ਦੇਖੋ ਹੋਣਾ ਤਾਂ ਇਹ ਚਾਹੀਦਾ ਸੀ ਕਿ 4 ਮਹੀਨਿਆਂ 'ਚ ਕਿੰਨੇ 100 ਕਰੋੜ ਦਾ ਬਜਟ ਸਰਕਾਰ ਦਿਖਾ ਰਹੀ ਹੈ ਕਿ ਅਸੀਂ ਹਸਪਤਾਲਾਂ ਨੂੰ ਮੋਡੀਫਾਈ ਕਰਤਾ ਸਰਕਾਰੀਆਂ ਨੂੰ, ਤੇ ਉੱਥੇ ਲਾਸ਼ਾਂ ਰੱਖਣ ਨੂੰ ਜਗ੍ਹਾ ਨਹੀਂ। ਗਰੀਬਾਂ ਤੋਂ 500 ਰੁਪਏ ਦੀ 800 ਰੁਪਏ ਦੀ ਬਰਫ਼ ਮੰਗਾਈ ਜਾ ਰਹੀ ਹੈ ਕਿ ਤੁਹਾਡੀ ਜਿਹੜਾ ਪਰਿਵਾਰ ਦਾ ਮੈਂਬਰ ਹੈ ਉਹਦੀ ਲਾਸ਼ ਤੇ ਬਰਫ਼ ਰੱਖਣੀ ਹੈ ਜਾਂ ਬਰਫ਼ ਲੈ ਕੇ ਆਓ ਬਾਹਰੋਂ ਬਾਜ਼ਾਰ 'ਚ। ਇਸ ਤਰ੍ਹਾਂ ਦੇ ਮਤਲਬ ਅਣਮਨੁੱਖੀ ਵਰਤਾਰੇ ਦੇਖਣ ਨੂੰ ਮਿਲ ਰਹੇ ਨੇ। ਵੈਰੀ ਸ਼ੇਮਫੁਲ। ਪੰਜਾਬ ਗੌਰਮੈਂਟ ਜਿਹੜੀ ਹੈ ਉਹ ਕੁਝ ਨਹੀਂ ਕਰ ਰਹੀ। ਕੈਪਟਨ ਸਾਹਿਬ ਪੌਣੇ 4 ਸਾਲ ਤੋਂ ਮੈਂ ਆਪਣੇ ਕਿਸੇ ਫਾਰਮ ਹਾਊਸ ਤੇ ਬੈਠੇ ਨੇ, ਲੱਭਦੇ ਨਹੀਂ, ਨਾ ਤਾਂ ਐਮਐਲਏਜ਼ ਨੂੰ ਮਿਲਦੇ ਨੇ, ਨਾ ਮੰਤਰੀਆਂ ਨੂੰ, ਨਾ ਐਮਪੀਜ਼ ਨੂੰ। ਠੀਕ ਹੈ ਨਾ। ਹਾਂ, ਹੁਣ ਕਹਿੰਦੇ ਕਾਰਵਾਈ ਕਰਾਂਗੇ। ਜਿਹੜੀ ਸਰਕਾਰ ਖੂਨ ਵੇਚਣ ਦਾ ਫੈਸਲਾ ਕਰ ਲੇ ਕਿ ਦਾਨ 'ਚ ਲਿਆ ਹੋਇਆ ਪਲਾਜ਼ਮਾ ਅਸੀਂ 20,000 ਰੁਪਏ 'ਚ ਵੇਚਾਂਗੇ, ਤੇ ਆਮ ਆਦਮੀ ਪਾਰਟੀ ਦੇ ਵਿਰੋਧ ਤੋਂ ਬਾਅਦ ਉਹ ਫੈਸਲਾ ਉਹਨਾਂ ਨੇ ਵਾਪਸ ਲੈ ਲਿਆ। ਤੁਸੀਂ ਅੰਮ੍ਰਿਤਸਰ ਦੇ ਮੀਡੀਆ ਵਾਲੇ ਹੋ, ਤੁਹਾਡੇ ਕੈਮਰੇ ਰਾਹੀਂ ਵੱਡੀਆਂ ਰਿਪੋਰਟਾਂ ਗਈਆਂ ਨੇ ਕਿਵੇਂ ਪ੍ਰਾਈਵੇਟ ਲੈਬਸ ਜਿਹੜੀਆਂ ਨੇ ਉਹ ਹਸਪੀਟਲਾਂ ਨਾਲ ਕਿਵੇਂ ਇੱਕ ਨੈਕਸਸ ਬਣਾ ਕੇ ਨੈਗੇਟਿਵ ਨੂੰ ਪੋਜ਼ੀਟਿਵ ਦੱਸ ਕੇ ਬਾਅਦ 'ਚ ਉਹਦਾ ਇਲਾਜ ਦਾ ਪੈਕੇਜ ਲੈ ਕੇ ਪੋਜ਼ੀਟਿਵ ਨੂੰ ਨੈਗੇਟਿਵ ਤੋਂ ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ। ਸੋ ਇੱਥੋਂ ਇਸੇ ਤੋਂ ਹੁੰਦਾ ਕਿ ਆਪਾਤਾਪੀ ਮੱਚੀ ਹੈ। ਕੋਈ ਕਾਨੂੰਨ ਵਿਵਸਥਾ ਨਾਂ ਦੀ ਚੀਜ਼ ਨਹੀਂ। ਜਿਹਦਾ ਜਿੱਥੇ ਦਾ ਲੱਗਦਾ ਲਾਈ ਜਾਂਦਾ ਹੈ। ਔਰ SIT ਬਿਠਾ ਦਿੰਦੇ ਆ ਕੈਪਟਨ ਸਾਹਿਬ। ਨਕਲੀ ਬੀਜਾਂ ਦਾ ਘੁਟਾਲਾ ਹੋਇਆ, ਐਗਰੀਕਲਚਰ ਮਿਨਿਸਟਰੀ ਦੇ ਅੰਡਰ ਹੈ। ਐਗਰੀਕਲਚਰ ਮਿਨਿਸਟਰੀ ਕਿਹਦੇ ਅੰਡਰ ਹੈ? ਕੈਪਟਨ ਸਾਹਿਬ ਦੇ। SIT ਬਿਠਾਤੀ, ਕੋਈ ਨਤੀਜਾ ਨਹੀਂ। ਖੰਨੇ ਤੇ ਰਾਜਪੁਰੇ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਜਾਂਦੀਆਂ ਨੇ। ਫੈਕਟਰੀਆਂ ਦਾ ਸੰਬੰਧ ਕਾਂਗਰਸ ਦੇ ਤੇ ਅਕਾਲੀ ਦਲ ਦੇ ਲੀਡਰਾਂ ਨਾਲ ਹੁੰਦਾ ਹੈ। SIT ਬਿਠਾ ਦਿੱਤੀ ਜਾਂਦੀ ਹੈ, ਕੋਈ ਨਤੀਜਾ ਨਹੀਂ। ਐਕਸਾਈਜ਼ ਵਿੱਚ ਘੁਟਾਲਾ ਹੁੰਦਾ ਹੈ। ਇਹਨਾਂ ਦੇ ਆਪਣੇ MLA ਕਹਿੰਦੇ ਨੇ, ਜਿਹੜਾ ਸਾਬਕਾ ਚੀਫ ਸੈਕਟਰੀ ਸੀ ਕਰਨ ਅਵਤਾਰ ਬਾਰੇ, ਕਿ ਤੇਰੀ ਬੇਟੇ ਦੀ ਇੱਥੇ ਹਿੱਸਾ, ਇੱਥੇ ਹਿੱਸਾ, ਆ ਇੰਨਾ ਘਾਟਾ ਪਿਆ। SIT ਬਿਠਾ ਦਿੱਤੀ ਜਾਂਦੀ ਹੈ, ਕੋਈ ਨਤੀਜਾ ਨਹੀਂ। ਨਕਲੀ ਜਿਪਸਮ ਖਰੀਦੀ ਹੈ, SIT ਬਿਠਾ ਦਿੱਤੀ ਜਾਂਦੀ ਹੈ, ਕੋਈ ਨਤੀਜਾ ਨਹੀਂ। ਬਰਗਾੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ, SIT, ਕੋਈ ਨਤੀਜਾ ਨਹੀਂ। ਆ ਜਿਹੜੀਆਂ ਹੁਣ ਮੌਤਾਂ ਹੋਈਆਂ ਨੇ SIT ਬਿਠਾ ਦਿੱਤੀ ਜਾਂਦੀ ਹੈ, ਕੋਈ ਨਤੀਜਾ ਨਹੀਂ ਨਿਕਲਣਾ। ਇਹ SIT ਗੌਰਮੈਂਟ ਹੈ।
ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਸੌਦੇ ਕਰ ਰਹੇ ਹੋ। ਤੁਸੀਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਮੈਂ 4 ਹਫ਼ਤਿਆਂ 'ਚ ਨੈਕਸਸ ਤੋੜ ਦੂੰਗਾ। ਕਿਹੜਾ ਨੈਕਸਸ ਤੋੜਤਾ? ਇਹ ਸਪਰੇਅ ਹੁਣ 4 ਕਰਿੰਦੇ ਸਸਪੈਂਡ ਕਰਤੇ, 2 ਅਫਸਰ ਆਬਕਾਰੀ ਦੇ ਸਸਪੈਂਡ ਕਰਤੇ ਹੋਣੇ, ਠੀਕ ਹੈ ਨਾ। ਉਹਦੇ ਨਾਲ ਇਹ ਖਤਮ ਹੋ ਜਾਊਗਾ? ਨੋ, ਇਹ ਕੋਈ ਅੱਜ ਤੋਂ ਨਹੀਂ ਚੱਲ ਰਿਹਾ। ਕੋਈ 5 ਜਾਂ 7 ਦਾ 10 ਬੰਦੇ ਨਹੀਂ ਚਲਾ ਰਹੇ ਸੀ। 3 ਜ਼ਿਲ੍ਹਿਆਂ ਦੇ ਵਿੱਚ 5 ਬੰਦੇ ਵੇਚ ਰਹੇ ਨੇ ਸ਼ਰਾਬ। ਸਾਰਾ ਕੁਝ ਪਤਾ ਹੈ। ਜਦੋਂ ਐਮਐਲਏ ਕਿਸੇ ਹਲਕੇ ਦਾ ਆਪਦੇ ਐਸਐਚਓ ਨੂੰ ਕਹਿੰਦਾ ਕਿ ਤੂੰ ਪਰਸੋਂ ਦਾ ਇੱਥੇ ਆਇਆ ਹੋਇਆ, ਜੁਆਇਨ ਕੀਤਾ, ਤੂੰ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਣ ਕਿਉਂ ਨਹੀਂ ਆਇਆ? ਸਤਿ ਸ੍ਰੀ ਅਕਾਲ ਦਾ ਕੀ ਮਤਲਬ ਹੈ? ਮੈਂ ਵੀ ਐਮਪੀ ਹਾਂ, ਮੈਂ ਤਾਂ ਕਦੇ ਕਿਸੇ ਮੁਨਸ਼ੀ ਨੂੰ ਵੀ ਨਹੀਂ ਕਿਹਾ ਕਦੇ ਕਿ ਮੈਂ ਤੂੰ ਨਵਾਂ ਆਇਆ ਤੇ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਜਾ। ਸਤਿ ਸ੍ਰੀ ਅਕਾਲ ਦਾ ਮਤਲਬ ਹੈ ਮੇਰੇ ਨਾਲ ਹਿੱਸਾ ਕਰਕੇ ਜਾ। ਦਿਹਾੜੀ ਤੇ ਪੁਲਿਸ ਰੱਖੀ ਹੋਈ ਇਹਨਾਂ ਨੇ, ਪੁਲਿਸ ਪਰ ਡੇ ਤੇ ਕੰਮ ਕਰ ਰਹੀ ਹੈ। ਕੋਟੇ ਦਿੱਤੇ ਨੇ ਕਿ ਤੁਸੀਂ ਇੰਨੇ ਹਰ ਰੋਜ਼ ਮੈਨੂੰ ਇੰਨੇ ਪੈਸੇ ਦੇਣੇ ਨੇ, ਜਿੱਥੋਂ ਮਰਜ਼ੀ ਲਿਆਓ, ਲੋਕਾਂ ਨੂੰ ਕੁੱਟੋ, ਲੁੱਟੋ, ਜ਼ਹਿਰ ਵੰਡੋ, ਜੋ ਮਰਜ਼ੀ ਕਰੋ, ਸਾਨੂੰ ਨਹੀਂ ਪਤਾ, ਪੈਸੇ ਦਿਓ। ਸੋ ਪਰ ਡੇ ਤੇ ਤਾਂ ਪੁਲਿਸ ਕੰਮ ਕਰ ਰਹੀ ਹੈ। ਫਿਰ ਕਿਵੇਂ ਉਮੀਦ ਬਣ ਜੂਗੀ ਲੋਕਾਂ ਨੂੰ? ਆ ਲੋਕਾਂ ਨੇ ਮੈਨੂੰ ਦੱਸਿਆ ਅੱਜ ਪਿੰਡਾਂ 'ਚ, ਉਹ ਕਹਿੰਦੇ ਜੀ ਅਸੀਂ ਦੱਸ ਦਿੰਦੇ ਹਾਂ ਅੱਜ ਕਿ ਕਿਹੜੇ ਕਿਹੜੇ ਘਰਾਂ 'ਚ ਸਾਡੇ ਸਮੈਕ ਮਿਲਦੀ ਹੈ। ਅਸੀਂ ਉਹਨਾਂ ਨੂੰ ਦੀ ਸ਼ਿਕਾਇਤ ਕਰਕੇ ਆਉਂਦੇ ਹਾਂ, ਥਾਣੇ ਪਹੁੰਚਣ ਤੋਂ ਪਹਿਲਾਂ ਹੀ ਸੌਦਾ ਹੋ ਜਾਂਦਾ। ਅਸੀਂ ਬਾਅਦ 'ਚ ਆਉਂਦੇ ਹਾਂ, ਉਹ ਪਹਿਲਾਂ ਆ ਜਾਂਦੇ ਨੇ ਪਿੰਡ। ਸੋ ਸਭ ਰਲ ਮਿਲ ਕੇ ਕੰਮ ਚੱਲ ਰਿਹਾ। ਇਹ ਨਹੀਂ ਹੈਗਾ ਕਿ ਪੁਲਿਸ ਨੂੰ ਪਤਾ ਨਹੀਂ। ਹੁਣ ਕਿਵੇਂ ਛਾਪੇ ਮਾਰਨ ਲੱਗੇ? ਅਚਾਨਕ ਕਿਵੇਂ ਪਤਾ ਲੱਗ ਗਿਆ ਉਹਨਾਂ ਨੂੰ ਕਿੱਥੇ ਕਿੱਥੇ ਸ਼ਰਾਬ ਵਿਕਦੀ ਹੈ? ਹੁਣ ਫਾਜ਼ਿਲਕਾ, ਫਰੀਦਕੋਟ ਦੀਆਂ ਖਬਰਾਂ ਆਈ ਜਾਂਦੀਆਂ ਨੇ। ਸੋ ਕੈਪਟਨ ਸਾਹਿਬ ਕਿਰਪਾ ਕਰਕੇ ਪੰਜਾਬੀਆਂ ਦੇ ਖੂਨ ਦਾ ਸੌਦਾ ਨਾ ਕਰੋ, ਪੰਜਾਬੀਆਂ ਦੀ ਜਾਨ ਦੇ ਸੌਦੇ ਨਾ ਕਰੋ। ਲੋਕਾਂ ਨੇ ਤੁਹਾਨੂੰ ਯਕੀਨ ਕਰਕੇ ਵੋਟਾਂ ਪਾਈਆਂ ਸੀ, ਕਿਹੜੇ ਮੂੰਹ ਨਾਲ ਬਾਹਰ ਨਿਕਲੋਗੇ ਤੁਸੀਂ? ਆਹ ਮਾਝੇ ਦੀ ਧਰਤੀ, ਪਵਿੱਤਰ ਧਰਤੀ, ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ, ਜਿਹੜੀ ਪਹਿਲਾਂ ਛਿੰਝਾਂ ਵਾਸਤੇ ਜਾਣੀ ਜਾਂਦੀ ਸੀ, ਫੌਜ ਦੇ ਜਰਨੈਲਾਂ ਵਾਸਤੇ ਜਾਣੀ ਜਾਂਦੀ ਸੀ, ਫੌਜ 'ਚ ਭਰਤੀ ਹੋਣ ਵਾਲੇ ਨੌਜਵਾਨ ਮੁੰਡਿਆਂ ਕਰਕੇ, ਚੌੜੀਆਂ ਛਾਤੀਆਂ, ਉੱਚੇ ਲੰਮੇ ਕੱਦਾਂ ਕਰਕੇ ਜਾਣੀ ਜਾਂਦੀ ਸੀ। ਅੱਜ ਉਹ ਇਹਨਾਂ ਨੇ ਚਿੱਟੇ ਦੀ, ਸਰਿੰਜਾਂ ਦੀ, ਟੀਕਿਆਂ ਦੀ, ਕੈਪਸੂਲਾਂ ਦੀ ਤੇ ਜ਼ਹਿਰਾਂ ਦੀ ਧਰਤੀ ਬਣਾ ਕੇ ਰੱਖੀ। ਇਹਦੇ ਵਾਸਤੇ ਸਿੱਧਮ ਸਿੱਧਾ ਜ਼ਿੰਮੇਵਾਰ ਕੈਪਟਨ ਸਾਹਿਬ ਨੇ, ਕਿਉਂਕਿ ਕਪਤਾਨ ਦੇ ਹੱਥ 'ਚ ਹੈ। ਕਪਤਾਨ ਤਾਂ ਨਿਕਲਦਾ ਹੀ ਨਹੀਂ ਬਾਹਰ। ਆਪਾਂ ਤਾਂ ਆਪਣੀ ਮੱਚੀ ਪਈ ਹੈ। ਉਹ ਮੈਨੂੰ ਹਿੱਸਾ ਦੇ, ਤੂੰ ਮੈਨੂੰ ਹਿੱਸਾ ਦੇ। ਸ਼ਰੇਆਮ ਕਹਿ ਰਹੀ ਆ ਉਹ ਲੇਡੀ ਕਿ ਮੈਂ ਜਿਹੜੀ ਹੈ ਪੁਲਿਸ ਨੂੰ ਪੈਸੇ ਪਹੁੰਚਾਉਣੀ ਆ। ਉਹਨੂੰ ਇੱਕ ਪੁਲਿਸ ਵਾਲੇ ਨੂੰ ਸਸਪੈਂਡ ਕਰਕੇ ਕੰਮ ਹੋ ਜਾਊਗਾ। ਕੈਪਟਨ ਸਾਹਿਬ ਸਪਰੇਅ ਪੱਤਿਆਂ ਤੇ ਕਰ ਰਹੇ ਹੋ, ਸਿਉਂਕ ਜੜ੍ਹਾਂ 'ਚ ਲੱਗੀ ਹੋਈ ਹੈ। ਤੇ ਬਦਕਿਸਮਤੀ ਨਾਲ ਪੰਜਾਬ ਦੀ ਮਿੱਟੀ ਦੀ ਬਦਕਿਸਮਤੀ ਹੈ ਕਿ ਉਹ ਜਿਹੜੀਆਂ ਜੜ੍ਹਾਂ ਨੇ ਉਹ ਲੀਡਰਾਂ ਦੇ ਘਰਾਂ 'ਚ ਨੇ। ਉੱਥੇ ਜਾ ਕੇ ਸਪਰੇਅ ਕਰੋ। ਤੁਹਾਡੇ ਆਪਦੇ ਨੇਤਾਵਾਂ ਦੇ ਨਾਮ ਆ ਰਹੇ ਨੇ, ਤੁਹਾਡੇ ਆਪਦੇ ਲੀਡਰ ਬੋਲ ਰਹੇ ਨੇ ਕਿ ਤੁਸੀਂ ਕਿਰਪਾ ਕਰਕੇ ਸਾਨੂੰ ਪਿੰਡਾਂ ਜਾਣ ਜੋਗੇ ਛੱਡ ਦਿਓ। ਸੋ ਇਸ ਕਰਕੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ, ਸ਼ਹੀਦਾਂ ਦੀ ਧਰਤੀ, ਅੱਜ ਇਹਨਾਂ ਨੇ ਕਤਲਗਾਹ ਬਣਾ ਕੇ ਰੱਖਤੀ। ਅੱਜ ਪੰਜਾਬ ਜਿਹੜਾ ਬਰੂਦ ਦੇ ਢੇਰ ਤੇ ਬੈਠਾ ਹੈ, ਹਰ ਰੋਜ਼ ਚਿੱਟੇ ਨਾਲ ਮੌਤਾਂ, ਆਹ ਜ਼ਹਿਰਾਂ ਆਹ ਵੰਡੀਆਂ ਜਾ ਰਹੀਆਂ ਨੇ। ਸੋ ਕੋਈ ਅੱਜ ਤੋਂ ਨਹੀਂ ਚੱਲਿਆ ਇਹ ਕੰਮ, ਬਹੁਤ ਚਿਰ ਪਹਿਲਾਂ ਤੋਂ। ਸੁਖਬੀਰ ਬਾਦਲ ਕਹਿੰਦਾ ਮੇਰਾ ਹਿਰਦਾ ਬਲੂੰਦਰਿਆ ਗਿਆ ਜਦੋਂ ਮੈਂ ਇਕੱਲੇ ਇਕੱਲੇ ਘਰ 'ਚ ਗਿਆ। ਇਹ ਹਿਰਦੇ ਉਦੋਂ ਹੀ ਕੋਈ ਬਲੂੰਦਰੇ ਜਾਂਦੇ ਨੇ ਜਦੋਂ ਵਿਰੋਧੀ ਪਾਰਟੀ 'ਚ ਹੁੰਦੇ ਨੇ। ਤੇ 10 ਸਾਲ ਜਿਹੜਾ ਤੇਰੇ ਰਾਜ 'ਚ ਹੋਇਆ ਬਈ, ਉਦੋਂ ਤੇਰਾ ਹਿਰਦਾ ਕਿੱਧਰ ਗਿਆ ਸੀ? ਵੋਟਾਂ ਲੈਣ ਵੇਲੇ ਹਿਰਦਾ ਹੋਰ ਹੈ, ਸਹੁੰ ਚੁੱਕਣ ਤੋਂ ਬਾਅਦ ਹਿਰਦੇ ਇਹਨਾਂ ਦੇ ਬਦਲ ਜਾਂਦੇ। ਉਦੋਂ ਕਿਉਂ ਨਹੀਂ ਬਲੂੰਦਰੇ ਜਾਂਦੇ ਜਦੋਂ ਤੁਸੀਂ ਲੋਕਾਂ ਦੀਆਂ ਧੀਆਂ ਨੂੰ ਜਿਹੜਾ ਬੱਸਾਂ ਥੱਲੇ ਦੇ ਕੇ ਮਾਰਦੇ ਹੋ ਤੇ 20 ਲੱਖ ਸੌਦਾ ਕਰ ਲੈਂਦੇ ਹੋ? ਉਹ ਬੱਸਾਂ ਤੁਹਾਡੀਆਂ ਹੀ ਨੇ। ਸੋ ਇਸ ਕਰਕੇ ਇਹ ਦੋਨੇ ਆਪਸ 'ਚ ਰਲੇ ਹੋਏ ਨੇ। ਲੋਕ ਸ਼ਰੇਆਮ ਕਹਿੰਦੇ ਨੇ ਜੀ, ਕਹਿੰਦੇ ਵੇਚਣ ਵਾਲੇ ਉਹੀ ਨੇ, ਤਾਹਾਂ ਵਾਲੇ ਕੋਈ ਪੈਸੇ ਪੂਸੇ ਫੜਨ ਵਾਲੇ ਬਦਲ ਗਏ। ਸਿੱਕੀ ਦੇ ਪੀਏ ਦਾ ਨਾਮ ਲੈ ਰਹੇ ਨੇ ਲੋਕ, ਜਰਮਨਜੀਤ ਦਾ ਨਾਮ, ਡੈਣੀ ਦਾ ਨਾਮ ਲੈ ਰਹੇ ਨੇ ਲੋਕ, ਸ਼ਰੇਆਮ ਲੈ ਰਹੇ ਨੇ ਨਾਮ ਕਿ ਸਾਨੂੰ ਧਮਕਾਉਂਦੇ ਵੀ ਨੇ, ਪਰਚੇ ਪਾ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਕਹਿੰਦੇ ਵੀ ਕਰੋਨਾ ਲਿਖ ਦੋ ਵੀ ਕਰੋਨਾ ਨਾ ਮਰ ਗਏ। ਇਹ ਕਿਹੜੇ ਕਰੋਨਾ ਚੱਲਿਆ ਵੀ ਜਿਹੜਾ ਪਹਿਲਾਂ ਅੱਖਾਂ ਤੋਂ ਅੰਨਾ ਕਰਦਾ? ਤੁਸੀਂ ਲੋਕਾਂ ਨੂੰ ਬੁੱਧੂ ਬਣਾਉਂਦੇ ਹੋ। ਤੁਸੀਂ ਚਾਹੁੰਦੇ ਹੋ ਵੀ ਅਸੀਂ ਅੰਕੜੇ ਲੁਕੋ ਲਾਂਗੇ ਇੱਦਾਂ। ਸੋ ਇਸ ਕਰਕੇ ਇਹ ਗੌਰਮੈਂਟ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਮੌਤਾਂ ਦੀ ਗਿਣਤੀ ਹੁਣ 98, ਲੇਟੈਸਟ 98, ਸ਼ਾਇਦ ਆਪਣੀ ਗੱਲ ਕਰਦੇ ਕਰਦੇ ਹੋਰ ਵੀ, ਕਿਉਂਕਿ ਅੱਜ ਮੁੱਛੜ ਪਿੰਡ ਦੇ ਵੀ ਅੱਜ ਕਹਿੰਦੇ 3 ਬੰਦੇ ਸੀ ਜਿਨ੍ਹਾਂ ਨੂੰ ਅਚਾਨਕ ਅੱਖਾਂ ਤੋਂ ਨਜ਼ਰ ਆਉਣੋਂ ਹਟ ਗਿਆ, ਉਹਨਾਂ ਨੂੰ ਵੀ ਲੈ ਗਏ ਹਸਪੀਟਲ 'ਚ। ਸੋ ਆਹ ਜਿਹੜਾ ਨੈਕਸਸ ਹੈ ਇਹ ਤੋੜਨਾ ਪਊਗਾ। मैं हिंदी दस देना। देखिए, जब सरकारें मौत की सौदागर बन जाएं, जब एक माली नाम ले रहे हैं उनके पीए या उनके जो इधर उधर के आसपास के जो उनके चेले चपटे हैं, उनके नाम लिए जा रहे हैं, क्यों नहीं कर रहे कैप्टन साहब कार्रवाई? तो मतलब इलेक्शन में वोट लोगों ने इसलिए दिए थे कि आप जीतने के बाद जहर बांटने का काम करो और हमारे घरों में लाशें बिछा दो आप। दिस इज वेरी शेमफुल। और कैप्टन साहब से मैं, और जितने भी घोटाले हुए हैं, बीज घोटाला हुआ, एग्रीकल्चर मिनिस्ट्री किसके अंडर है? कैप्टन मनिंदर सिंह। एक्साइज में घोटाले हुए,
एक्साइज मिनिस्ट्री किसके अंदर है? कैप्टन के अंदर। सो कैप्टन साहब, आपकी अपनी मिनिस्ट्री में ऐसा कुछ हो रहा है तो बाकियों के बारे में हम सोच सकते हैं तो क्या क्या चल रहा होगा? बंद स्कूलों की आप फीस ले रहे हो, बंद दुकानों के आप बिजली के बिल ले रहे हो, बंद जो लोग अपने घरों में बंद थे उनके यहाँ बिजली के बिल आ गए, खड़ी हुई जो टैक्सियाँ हैं, टैक्सी गाड़ियाँ, वो उनको सड़कों पर चलाने के लिए आप पिछले 3 महीने का आप रोड टैक्स मांग रहे हो। तो जी आपने कहाँ पैसा खर्च किया? आप तो प्लाज्मा भी बेचने की तैयारी कर चुके थे। तो मतलब आप कहाँ, हॉस्पिटल की जो कारगुजारी की बात कर रहे हैं आप, तरन तारण के हॉस्पिटल में लाश रखने के लिए जगह नहीं है, लोगों से 500 रुपये 800 रुपये के बर्फ के पैकेट मंगाए जा रहे हैं कि आपके परिजनों की लाश के ऊपर बर्फ रखनी है, और पोस्टमार्टम का 3500 रुपये उनसे चार्ज किया जा रहा है। गरीब लोग हैं सारे। तो मतलब 4 महीने में आपने ये अपडेट किया हॉस्पिटलों को, ये मिशन फतेह का करके ऐसे फोटो खिंचवा ली कैप्टन साहब ने। ऐसे फोटो खिंचवाने से, बोर्ड लगवाने से काम नहीं होता। धरती पे आइए, आप लोगों में उतर के देखिए ना। 3.25 साल हो गए कैप्टन साहब, आंखों से आंख तो मिला के बात करिए लोगों से। आप तो ओथ सेरेमनी के बाद नजर ही नहीं आए। सो इसलिए मैं इसकी, क्योंकि पुलिस अपने खिलाफ ही जांच कैसे करेगी? विजिलेंस किसकी है? वो भी इनकी है, पुलिस की है, यही हिस्सा है। मैं तो चाहता हूं कि इसके सुप्रीम कोर्ट का सिटिंग जज, हाई कोर्ट का सिटिंग जज, और अगर हो सकता है तो ये सीबीआई को जांच दे। इससे पता चलेगा ना नेक्सस का। नेक्सस आज का नहीं है, ये तो मौतें हो गई तो पता चल गया, वरना हर रोज कितनी मौतें होती थी नहीं पता चलता। तो ये 20 साल से ये नशा यहाँ, हाँ, लोग खुद कह रहे हैं। कौन से नेता इसमें इन्वॉल्व है, किस पार्टी के? सर सिक्की के पीए का नाम ले रहे हैं। एमएलए जो खडूर साहब से, जो गुरु साहब की बेअदबी के नाम पर इस्तीफा दे देता है कि मुझे तो बहुत, मेरे हृदय को चोट लगी है, ठेस पहुंची है। जब लोगों के घर में लाशें बिछती हैं तब उनका हृदय कहाँ जाता है? लोग नाम ले रहे हैं उनका, डैनी का नाम ले रहे हैं, तो कांग्रेस का है। सिर्फ पर्चियां काटने वाले या पैसे पकड़ने वाले शख्स बदले हैं और कुछ नहीं बदला। माफिया सेम चल रहा है। रेत माफिया, ट्रांसपोर्ट माफिया, एक्साइज माफिया, सब माफिया सेम चल रहे हैं। सिर्फ और सिर्फ जो लूटने वाले हैं, जिनको पैसे मिलते हैं, उनकी परसेंटेज पहले 70-30 होगी उनकी, अब 30-70 इनकी होगी, और तो क्या। मरने वालों की आंकड़ा बढ़ता जा रहा है। हाँ, तो मतलब 100 लोगों की जान चलेगी। गरीब लोग हैं, कम वो। मैं बहुते घरों में जाके आया हूँ, मतलब कई घर तो ऐसे हैं, तरन तारण के एक आदमी की मौत हो गई, उसका जब संस्कार करने गए तो हार्ट अटैक से, सदमे से उसकी वाइफ की शमशान में ही मौत हो गई। 3 बच्चे हैं, किराए पे रहते थे, किराए के मकान में, ना दादा दादी है ना नाना नानी है, कहाँ जाएंगे अब? एक ऐसा परिवार है जिनके यहाँ वो बच्चा जो है वो मतलब मंदबुद्धि है, ठीक है ना, वो बच्चा नहीं सोच सकता, वो अपनी, जिनको स्पेशल किड बोलते हैं, वो है। 2 बच्चे जो हैं वो, एक बहन मिली, उसका हस्बैंड की डेथ हो गई, मुच्छल गाँव में भी मिली, वो खुद हैंडीकैप्ड है, छोटे छोटे बच्चे हैं। वो कहती जी हमारे यहाँ तो पहले भी मतलब एक दिन छोड़ के खाना बनता था, तो अब हम कहाँ से खाएंगे? ये 2-2 लाख जो दे रहे हैं, या इनका मजाक उड़ा रहे हैं। नहीं, दे रहे हैं, ऐलान कर रहे हैं। ऐलान, सरकार के ऐलान तो कर्जा माफी के भी थे, पूरे किसानों के। सरकार के ऐलान तो घर घर नौकरी के भी थे। हाँ, बड़े ऐलान हुए हैं। तो इसलिए ये सिर्फ ऐलान है। ये तो जो बॉर्डर पे शहीद हुए हैं देश के लिए, उनके परिवारों को नहीं पूछते बाद में। तो ये कहाँ से, ये तो 2-2 लाख का सिर्फ लॉलीपॉप दे रहे हैं ताकि अंकड़े छुप जाएं, जल्दी से जल्दी ये इसी केस को लोग भूल जाएं। कोई नया है जी, हाँ, कहते कोविड-19 से मौत हुई है। सभी के सिम्टम सेम है। सबसे पहले उनकी आंखों की नज़र चलती है, ना आंखों की नज़र चली जाती है, उनको जो नज़र आना बंद हो जाता है, उसके बाद फिर बॉडी जो है वो रिएक्ट करती है। बिल्कुल सभी के सिम्टम सेम है। ये कौन सा कोविड है जी जो पहले अंधे करता है लोगों को? असल में ये लोगों को अंधे समझ रहे हैं, ये शायद नज़र नहीं आता। सर, आप तंत्र में यूथ करके भी मिले थे हॉस्पिटल में, काफी कम उम्र है, 18-20 साल से। हाँ, उसका यूथ को धकेला हो जा रहा है। हाँ, वो तो कह रहा है जी, मैं तो। अच्छा, एक और बात, जो कक्का कंडियाला गांव में जिससे लोगों ने
जिसके घर से जिस आदमी से लोगों ने ये जहर खरीद कर उसका सेवन किया, उसकी भी मौत हो गई। जो लेडी मुच्छल गांव में 15 साल से बेच रही, उसके हस्बैंड की डेथ हो गई, क्योंकि वो तो सिर्फ डीलर है ना, आगे लोगों को सप्लायर, वो तो सिर्फ कोरियर है, यहाँ से माल उठा के यहाँ तक देने वाले। जहर तो कहीं और से आया है ना, इसकी जांच होनी चाहिए ना। और मुआवजा कितना होना चाहिए? सर पहले तो 302 का पर्चा होना चाहिए, जो इसमें शामिल हैं, चाहे नेता है चाहे उसका पीए है। ये मर्डर है, ये कत्ल है, ये मौत नहीं है। जहर बांटा गया है, ये ले लो जहर। और तो कत्ल के पर्चे होने चाहिए। फिर उनके रोजगार के प्रबंध करो, क्योंकि कमाऊ थे सभी, जो मोस्टली फैमिलीज के वो अकेले ही कमाऊ थे, वो चले गए। उनके बच्चों की पढ़ाई का जिम्मा सरकार ले। और कैप्टन साहब बाहर आके कुछ बोले तो सही। वो मैंने दो तीन गांव में पूछा कि सरकार से कोई आया आदमी, वो कहते सरकार की बात कर रहे हो, हमारे गांव का सरपंच नहीं आया हमारे संस्कार पे, क्योंकि वही तो एजेंट है उनके, उन्हीं के जरिए तो काम चलता है। तो दिस इज अ वेरी शेमफुल। और ये नेक्सस जो है, ये बहुत बड़ा नेक्सस है। ये कैप्टन साहब 2-3 अफसरों पर कार्रवाई कर रहे हैं। मैं फिर कहता हूँ, आज मैं पहले भी मीडिया को बोला है, कैंसर पर आयोडेक्स लगाने से बीमारी ठीक नहीं होती, इसके लिए कीमोथेरेपी की जरूरत होती है। कीमोथेरेपी के लिए पॉलिटिकल विल पावर चाहिए, जो कैप्टन साहब में नहीं है। कैप्टन साहब के अपने मंत्री रंधावा जैसे, और जब लाइव टेलीकास्ट हुआ था विधानसभा में, आपने देखा था कैसे झोली आट कर, ऐसे झोली फैलाकर कह रहे थे कि कैप्टन साहब कार्रवाई कर दो, हम कौन सा मुंह लेकर 2022 में इलेक्शन में जाएंगे। अभी लोग भी कह रहे हैं कि आने दो इनको, देखते हैं। कल टंडन में कहना था हमारी सरकार है, ये हम पत्थर कार्रवाई करें। सुखबीर बादल की सरकार कब आएगी, तो सपनों में जी रहा है। जब उनकी थी सरकार तब कौन सा कोई, ये पहली मौत है। जब उनकी सरकार थी तब चिट्टे में कितने लोगों की, कितने बच्चों की जान गई, नौजवानों की। सुखबीर बादल तो आपको पता ही है, कहता रहता है। हाँ जी भाई, हाँ हाँ, तो फिर 10 साल तो उनके भी है ना। फिर उनके थे, मैंने वही कहा ना, सिर्फ दलाल बदल गए, जिनको हिस्सा जाता था वो बदल गए, बाकी सारा माफिया सेम चल रहा है। रेत माफिया सेम चल रहा है, सिर्फ पर्ची काटने वाले बदल गए। ट्रांसपोर्ट माफिया सेम है, केबल माफिया सेम है, एक्साइज माफिया सेम है। तो मतलब सब कुछ तो बेच दिया। देखो 2022 में जब कोई आम आदमी पार्टी जब सरकार में आएगी, ईमानदार लोगों की सरकार आएगी, जैसे दिल्ली में हुआ ना। दिल्ली में हम स्कूलों की बात करते थे जब इलेक्शन लड़ते थे, हम अस्पतालों की बात करते, मोहल्ला क्लिनिकों की बात करते, बिजली पानी की बात कर रहे थे, और अकाली दल और बीजेपी कर रहे थे हिंदू की मुसलमान की। तो ये राजनीति है ना, अब यहाँ नहीं चलेगी। पंजाब के लोग देखो, पहले हमारे नौजवान जो हैं वो बहुत बड़ी तादाद में, बहुत बड़ी संख्या में आईलेट्स करके, जब ऐसे अपनी माँ के जेवर वगैरह बेच के या ज़मीन बेच के विदेशों का रुख कर रहे हैं। आपको लगता है कांग्रेस में कोई ईमानदार चेहरा है? नहीं, ऐसा तो मैं नहीं कहूँगा कि 5 उंगलियाँ एक जैसी नहीं होती। देखो, नवजोत सिंह सिद्धू साहब को भी सामने आना चाहिए। लोग उनको प्यार करते हैं, लोग उनको चाहते हैं कि बोल लें कुछ हो, तो उनको सामने आना चाहिए। अमृतसर के लोगों ने उनको बहुत भारी बहुमत दिया है, हर बार दिया। जब भी उन्होंने अमृतसर के लोगों के सामने अपना मैंडेट मांगा है, तो लोगों ने भारी मैंडेट दिया है। अरे यार, ये मुद्दा है कोई? एक मिनट यार, लाशों की बात चल रही है, आप सीएम की ओथ ले रहे हो। मैं ये करूँ, ये मुद्दा नहीं है सर। मुद्दा फिलहाल आज पहली बात तो अगर है उसमें, आप एक मिनट, यहाँ से कितनी दूर है उनका घर? 2 किलोमीटर उनके घर पे जा सकते हो आप, ये पूछने के लिए? अरे मैं 100 किलोमीटर से आया हूँ, मेरे से पूछ रहे हो? मैं यही कह रहा हूँ सर, आम आदमी पार्टी आम लोगों की पार्टी है। हमारे यहाँ आम लोग हैं, हमारे जो वो नेता बनते हैं, लोगों में से नेता निकलते हैं। अरविंद केजरीवाल IAS ऑफिसर थे, मनीष सिसोदिया पत्रकार थे टीवी पर, तो है जी, सिद्धू बहुत अच्छे नेता हैं, मैं तो कह चुका हूँ, ईमानदार नेता है। अगर आप में आना चाहते हैं तो वेलकम करेंगे। सबसे पहले मैं फूलों का बुके दूंगा। मैं तो जब लफ्टर चैलेंज में थे, मेरे तो जज भी रहे हैं, ठीक है ना। अब कृपया जो हेडलाइन है ना, वो जो परिवार जो जिनके चीखें निकल रही है ना, उनकी देना, ना कि ये हाँ जी मैं दूंगा फूलों का बुके भगवंत मान, ये मत। नहीं, अभी देखो आज ही गए हैं
मतलब मुच्छल गांव से, और अभी भी लोग जो हैं लगातार आ रहे हैं। मैंने एसएमओ से पूछा था तरन तारण में, तो कह रहे जी अभी भी डेड बॉडीज आ रही हैं, बीमार लोग आ रहे हैं। 75 ਹੋ ਗਏ, ਤਿੰਨ 75 ਹੋ ਮਾਨ ਗਏ। ਸਾਹਿਬ ਜਿਹੜਾ ਅੱਜ ਜਿਹੜਾ ਮੁੱਦਾ ਜਿਹੜਾ ਅੱਜ ਇੰਨਾ ਪੱਕਿਆ ਤੇ ਪਬਲਿਕ ਵੀ ਕਹਿੰਦੀ ਹੈ ਕਿ ਤੁਸੀਂ ਬੜਾ ਵਧੀਆ ਕੰਮ ਕੀਤਾ ਅੱਜ, ਕੀ ਇਹ 2 ਦਿਨ ਰੋਲਾ ਪਾ ਕੇ ਕਹਿੰਦੇ ਸ਼ਾਂਤ ਨਹੀਂ ਹੋਈ? ਨਹੀਂ ਨਹੀਂ, ਅਸੀਂ ਤਾਂ ਕਹਿੰਦੇ ਹਾਂ ਸਰ, ਇਹ ਤਾਂ ਚੀਮਾ ਪਬਲਿਕ ਵੀ ਕਹਿੰਦੀ ਹੈ ਨਾ ਕਿ 2 ਦਿਨ ਰੋਲਾ ਪੈਂਦਾ ਤੇ ਬਾਅਦ ਸ਼ਾਂਤ ਨਹੀਂ ਨਹੀਂ, ਦੇਖੋ ਅਸੀਂ ਪਲਾਜ਼ਮਾ ਦਾ ਮੁੱਦਾ ਚੱਕਿਆ ਤੇ ਫੈਸਲਾ ਵਾਪਸ ਲੈਣਾ ਪਿਆ ਨਾ। ਅਸੀਂ ਇਹ ਨਹੀਂ ਕਰਤਾ, ਅਸੀਂ ਅਗਲੇ ਦਿਨ ਆਪਣਾ ਧਰਨਾ ਵੀ ਪ੍ਰਦਰਸ਼ਨ ਜਿਹੜਾ ਉਹ ਵੀ ਵਾਪਸ ਲੈ ਲਿਆ। ਜੇ ਸਰਕਾਰ फैसला अच्छा करती है, ਅਸੀਂ वी आर नॉट क्रिटिक बाई हैबिट, हम कोई आदतन निंदक नहीं है कि हमारी आदत है कि निंदा करते रहेंगे। अगर सरकार अच्छा करती है तो हम, ਕਿੰਨੇ ਕੁ ਦਿਨ ਲੱਗਣਗੇ ਵੈਸੇ ਤੁਹਾਡੇ ਹਿਸਾਬ और सरकार को तो मेरे ख्याल में कुछ घंटे ही लगने चाहिए। आप दिन की बात कर रहे हैं, अगर सरकार चाहे तो सब आरोपी पकड़े जाएं और जो इनके पीछे नेक्सस है वो पकड़ा जाए। तो अदरवाइज हम तो, मैं तो पार्लियामेंट अगर चलती है सितंबर में, मैं तो वहाँ भी मुद्दा उठाऊंगा। 100 के आसपास तो अभी मौतें हो गई, अभी बढ़ रहा है, तो कुछ छोटी मोटी बात नहीं। ठीक है जी, थैंक यू।